असलामुअलैकुम। ਕੀ ਹਾਲ ਚਾਲ ਆ ਮੇਰੀਆਂ ਭੈਣਾਂ ਦੇ। ਉਮੀਦ ਕਰਦੀ ਹਾਂ ਕਿ ਤੁਸੀਂ ਸਭ ਖੈਰੀਅਤ ਨਾਲ ਹੋਵੋਗੇ। ਤੇ ਅੱਜ ਮੈਂ ਆਪਣੇ ਚੈਨਲ ਮਿਰਚੀ ਟੇਸਟ ਆਫ ਫੂਡ 'ਚ ਤੁਹਾਡੇ ਲਈ ਲੈ ਕੇ ਆਈ ਹਾਂ ਕੋਫਤਾ ਬਿਰਿਆਨੀ ਦੀ ਰੈਸਿਪੀ। ਬਿਸਮਿल्लाहिर्रहमानिर्रहीम। ਸਭ ਤੋਂ ਪਹਿਲਾਂ ਸਾਨੂੰ ਚਾਹੀਦਾ ਹੈ ਚਿਕਨ ਬੋਨਲੈਸ, ਤੇ ਉਹਦਾ ਅਸੀਂ ਕੀਮਾ ਕਰ ਲੈਣਾ ਆ। ਉਸ ਤੋਂ ਬਾਅਦ ਸਾਨੂੰ ਚਾਹੀਦੇ ਭੁੱਜੇ ਹੋਏ ਚਨੇ, ਉਹਨਾਂ ਨੂੰ ਗ੍ਰੈਂਡ ਕਰ ਲੈਣਾ। ਬਾਦਾਮ, ਉਹਨਾਂ ਨੂੰ ਵੀ ਗ੍ਰੈਂਡ ਕਰ ਲੈਣਾ ਆ। ਲਾਲ ਮਿਰਚ ਪਾਊਡਰ ਤੇ ਹਲਦੀ ਪਾਊਡਰ, ਗਰਮ ਮਸਾਲਾ, ਕਾਲੀ ਮਿਰਚ ਪਾਊਡਰ ਤੇ ਨਮਕ। ਉਸ ਤੋਂ ਬਾਅਦ ਆ ਜਿਹੜੀ ਖਸ਼ਖਾਸ ਆ ਤੇ ਉਹਨੂੰ ਵੀ ਅਸੀਂ ਗ੍ਰੈਂਡ ਕਰ ਲੈਣਾ। ਤੇ ਜਿੰਜਰ ਗਾਰਲਿਕ ਦਾ ਪੇਸਟ ਤੇ ਨਾਲ ਜਿਹੜੀਆਂ ਹਰੀਆਂ ਮਿਰਚਾਂ ਆ ਉਹਨਾਂ ਨੂੰ ਗ੍ਰੈਂਡ ਕਰ ਲੈਣਾ ਆ। ਤੇ ਚੌਪ ਕੀਤੇ ਹੋਏ 3 ਅਦਦ ਪਿਆਜ਼। ਤੇ ਜਿਹੜਾ ਚਿਕਨ ਬੋਨਲੈਸ ਆ ਉਹ ਅਸੀਂ 1 ਕਿਲੋ ਚਿਕਨ ਲੈ ਕੇ ਤੇ ਉਹਨੂੰ ਅਸੀਂ ਜਿਹੜਾ ਸੀ ਨਾ ਉਹਦਾ ਕੀਮਾ ਬਣਾ ਲਿਆ ਸੀਗਾ। ਦੋ ਤੋਂ 3 ਅਦਦ ਜਿਹੜੇ ਪਿਆਜ਼ ਆ ਤੇ ਇਹਨਾਂ ਨੂੰ ਚੌਪ ਕਰਕੇ ਤੇ ਅੱਛੀ ਤਰ੍ਹਾਂ ਨਿਚੋੜ ਕੇ ਤੇ ਇਹਨਾਂ ਦੇ ਵਿੱਚੋਂ ਜਿਹੜਾ ਇਹਨਾਂ ਦਾ ਪਾਣੀ ਆ ਉਹ ਕੱਢ ਲਿਆ ਸੀ। ਉਸ ਤੋਂ ਬਾਅਦ ਜਿਹੜੀਆਂ ਹਰੀਆਂ ਮਿਰਚਾਂ ਵਾ 5 ਤੋਂ 6 ਅਦਦ ਹਰੀਆਂ ਮਿਰਚਾਂ, ਤੇ ਉਹਦੇ ਵਿੱਚ ਜਿੰਜਰ ਗਾਰਲਿਕ ਦਾ ਪੇਸਟ ਤੇ ਆ ਜਿਹੜੇ ਕਾਲੇ ਚਨੇ, ਖੁਸ਼ਕ ਚਨੇ ਹੁੰਦੇ ਆ ਭੁੱਜੇ ਹੋਏ, ਤੇ ਜਿਹੜੇ ਅਸੀਂ ਖਾਈਦੇ ਆ ਤੇ ਉਹ ਚਨੇ ਸੀਗੇ। ਤੇ ਇਹਨਾਂ ਨੂੰ ਮੈਂ ਜਿਹੜਾ ਹੈ ਨਾ ਉਹ ਗ੍ਰੈਂਡ ਕਰ ਲਿਆ ਸੀਗਾ। ਤੇ ਉਸ ਤੋਂ ਬਾਅਦ ਆ ਬਦਾਮ ਆ, ਤੇ ਜਿਹੜੇ ਆ ਬਦਾਮ ਵੀ ਤੁਸੀਂ ਜਿਹੜਾ ਆ ਹਾਫ ਕੱਪ ਜਿਹੜਾ ਹੈ ਨਾ ਉਹ ਅਸੀਂ ਚਨਿਆਂ ਦਾ ਇਹਦੇ ਵਿੱਚ ਡਾਲਿਆ ਆ। ਉਸ ਤੋਂ ਬਾਅਦ ਜਿਹੜੇ ਆ ਸਾਰੇ ਸਪਾਈਸਿਸ ਆ ਇਹਦੇ ਵਿੱਚ ਮੈਂ ਐਡ ਕਰ ਦਊਂਗੀ। ਤੇ ਹਲਦੀ ਆ, ਲਾਲ ਮਿਰਚ ਪਾਊਡਰ ਆ, ਤੇ ਜਿਹੜਾ ਆ ਉਹ ਗਰਮ ਮਸਾਲਾ ਆ, ਤੇ ਕਾਲੀਆਂ ਮਿਰਚਾਂ ਆ, ਨਮਕ ਆ। ਤੇ ਉਸ ਤੋਂ ਬਾਅਦ ਅਸੀਂ ਜਿਹੜਾ ਹੈ ਨਾ ਇਹਦੇ ਵਿੱਚ 2 ਚਮਚ ਅਸੀਂ ਆਇਲ ਦੇ ਸ਼ਾਮਲ ਕਰਾਂਗੇ। ਤੇ ਉਸ ਤੋਂ ਬਾਅਦ ਮੈਂ ਇਹਨੂੰ ਜਿਹੜਾ ਨਾ ਅੱਛੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੂੰਗੀ। ਇਹ ਅਸੀਂ ਜਿਹੜੇ ਬਿਰਿਆਨੀ ਦੇ ਵਿੱਚ ਅਸੀਂ ਕੋਫਤਾ ਬਿਰਿਆਨੀ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਮੈਂ ਤਿਆਰ ਕਰਨ ਲੱਗੀ ਹਾਂ, ਤੇ ਉਹਦੇ ਲਈ ਜਿਹੜੇ ਕੋਫਤੇ ਬਣਾਉਣੇ ਆ ਤੇ ਉਹਨਾਂ ਦਾ ਮਸਾਲਾ ਆ। ਤੇ ਤੁਸੀਂ ਜਿਹੜੇ ਨਾ ਸਾਲਨ ਲਈ ਵੀ ਇਸ ਤਰ੍ਹਾਂ ਹੀ ਬਣਾ ਸਕਦੇ ਹੋ। ਤੇ ਜਿਹੜਾ ਚਾਵਲਾਂ ਲਈ ਉਹਦੇ 'ਚ ਥੋੜ੍ਹਾ ਜ਼ਰਾ ਤੁਸੀਂ ਨਮਕ ਮਿਰਚ ਥੋੜ੍ਹਾ ਤੇਜ਼ ਕਰ ਲੈਣਾ, ਤੇ ਆਪਣੇ ਟੇਸਟ ਦੇ ਅਕੋਰਡਿੰਗ ਤੁਸੀਂ ਜਿਹੜਾ ਨਾ ਨਮਕ ਮਿਰਚਾਂ ਵਿੱਚ ਡਾਲ ਲੈਣੀਆਂ ਆ। ਤੇ ਹੱਥ ਨੂੰ ਤੁਸੀਂ ਜਿਹੜਾ ਹਥੇਲੀ ਨੂੰ ਆਇਲ ਲਗਾ ਕੇ ਤੇ ਤੁਸੀਂ ਇਹਦੇ ਕੋਫਤੇ ਬਣਾ ਲੈਣੇ ਇਸ ਤਰ੍ਹਾਂ ਜਿਸ ਤਰ੍ਹਾਂ ਮੈਂ ਬਣਾਏ ਆ। ਹੁਣ ਇਹਨੂੰ ਮੈਂ ਕੋਫਤਿਆਂ ਨੂੰ ਜਿਹੜਾ ਹੈ ਨਾ ਉਹ ਡੀਪ ਫਰਾਈ ਕਰੂੰਗੀ। ਜਿਹੜਾ ਹਾਫ ਤਕਰੀਬਨ ਅੱਧਾ ਕਿਲੋ ਜਿਹੜਾ ਹੋਣਾ ਆ ਇਹ ਆਇਲ ਹੋਣਾ ਆ। ਤੇ ਜਿਹੜਾ ਮੈਂ ਕੜਾਈ ਦੇ ਵਿੱਚ ਆਇਲ ਡਾਲ ਕੇ ਤੇ ਇਹਨੂੰ ਮੈਂ ਮੀਡੀਅਮ ਫਲੇਮ ਤੇ ਗਰਮ ਕਰ ਲਿਆ ਸੀ। ਆਇਲ ਨੂੰ ਬਹੁਤ ਜ਼ਿਆਦਾ ਨਹੀਂ ਗਰਮ ਕਰਨਾ, ਬਸ ਹਲਕਾ ਜਿਹਾ ਗਰਮ ਕਰਨਾ ਆ। ਤੇ ਉਸ ਤੋਂ ਬਾਅਦ ਜਿਹੜੇ ਆ ਸਾਰੇ ਕੋਫਤੇ ਇਹਦੇ ਅੰਦਰ ਡਾਲ ਕੇ ਤੇ ਮੀਡੀਅਮ ਫਲੇਮ ਦੇ ਉੱਤੇ ਅਸੀਂ ਇਹਨਾਂ ਨੂੰ ਡੀਪ ਫਰਾਈ ਕਰਾਂਗੇ। ਅਗਰ ਆਂਚ ਤੁਸੀਂ ਤੇਜ਼ ਕਰ ਲਵੋਗੇ ਤੇ ਜ਼ਿਆਦਾ ਆਇਲ ਗਰਮ ਹੋਇਆ ਤੇ ਕੋਫਤੇ ਉੱਪਰੋਂ ਜਲ ਜਾਣੇ ਆ ਤੇ ਵਿੱਚੋਂ ਜਿਹੜੇ ਆ ਨਾ ਉਹ ਕੱਚੇ ਰਹਿ ਜਾਣਗੇ। ਤੇ ਇਸ ਲਈ ਜਿਹੜਾ ਨਾ ਇਹਨੂੰ ਹਲਕੀ ਫਲੇਮ ਦੇ ਉੱਤੇ, ਜਿਹੜਾ ਲੋ ਫਲੇਮ ਦੇ ਉੱਤੇ ਇਹਨਾਂ ਨੂੰ ਅਸੀਂ ਡੀਪ ਫਰਾਈ ਕਰਨਾ ਆ। ਜਿਹੜੀਆਂ ਮੇਰੀਆਂ ਭੈਣਾਂ ਨਵੀਆਂ ਆ ਮੇਰੇ ਚੈਨਲ ਤੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ, ਤੇ ਵੀਡੀਓ ਨੂੰ ਜਿਹੜਾ ਨਾ ਮੇਰੀ ਨੂੰ ਲਾਈਕ ਕਰ ਲੈਣ, ਤੇ ਨਾਲੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਮੇਰੀ ਆਉਣ ਵਾਲੀ ਮਜ਼ੇ ਦੀਆਂ ਨਈ ਰੈਸਿਪੀਜ਼ ਜਿਹੜੀਆਂ ਨਾ ਉਹਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਤੇ ਉਸ ਤੋਂ ਬਾਅਦ ਜਿਹੜਾ ਆ ਤੁਸੀਂ ਮੇਰੀ ਵੀਡੀਓ ਨੂੰ ਜਿਹੜਾ ਲਾਈਕ ਵੀ ਕਰਿਓ ਤੇ ਆਪਣੀ ਦੂਸਰੀਆਂ ਭੈਣਾਂ ਨਾਲ ਸ਼ੇਅਰ ਵੀ ਕਰਿਓ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਨੂੰ ਮੈਂ ਫਰਾਈ ਕਰ ਲਿਆ ਤੇ ਲਾਈਟ ਜਿਹਾ ਬਰਾਊਨ ਕਰਕੇ ਤੇ ਇਹਨਾਂ ਨੂੰ ਮੈਂ ਕੱਢ ਲਵਾਂਗੀ। ਇਹ ਤਕਰੀਬਨ ਹੁਣ ਜਿਹੜੇ ਨਾ ਸਾਡੇ ਕੋਫਤੇ ਤਿਆਰ ਆਏ, ਅੰਦਰੋਂ ਵੀ ਪੱਕ ਗਏ ਤੇ ਉੱਪਰੋਂ ਵੀ, ਕਿਉਂਕਿ ਆਂਚ ਜਿਹੜੀ ਸੀ ਉਹ ਮੈਂ ਹਲਕੀ ਰੱਖੀ ਸੀ। ਉਸ ਤੋਂ ਬਾਅਦ ਮੈਂ ਲਵਾਂਗੀ 4 ਤੋਂ 5 ਅਦਦ ਪਿਆਜ਼, ਤੇ ਅੱਧਾ ਕਿਲੋ ਜਿਹੜੇ ਆਲੂ, ਤੇ ਗਰਮ ਮਸਾਲਾ ਵਗੈਰਾ, ਹਰੀਆਂ ਮਿਰਚਾਂ, ਲਾਲ ਮਿਰਚ ਪਾਊਡਰ, ਟਮਾਟਰ 5 ਟਮਾਟਰ ਔਰ ਗਰਮ ਮਸਾਲਾ, ਤੇ ਉਸ ਤੋਂ ਬਾਅਦ ਜਿਹੜਾ ਸਾਬੁਤ ਮਸਾਲਾ, ਲਾਲ ਮਿਰਚ ਪਾਊਡਰ ਤੇ ਹਲਦੀ ਤੇ ਨਮਕ। ਤੇ ਸਾਬੁਤ ਮਸਾਲੇ ਦੇ ਵਿੱਚ ਜ਼ੀਰਾ, ਕਾਲੀਆਂ ਮਿਰਚਾਂ, ਬੜੀ ਇਲਾਇਚੀ ਤੇ ਜਿਹੜਾ ਦਾਰਚੀਨੀ ਅਸੀਂ ਉਹ ਲੈਣੀ ਆ। ਹੁਣ ਮੈਂ ਡਾਲੂੰਗੀ ਪਿਆਜ਼। ਤੇ ਇਹ ਜਿਹੜੇ ਪਿਆਜ਼ ਆ ਕਿਉਂਕਿ ਅਸੀਂ ਬਿਰਿਆਨੀ ਬਣਾ ਰਹੇ ਹਾਂ ਤੇ ਇਹਦਾ ਮਸਾਲਾ ਸਾਨੂੰ ਜਿਹੜਾ ਨਾ ਜ਼ਿਆਦਾ ਚਾਹੀਦਾ ਆ। ਤੇ ਜਿਹੜਾ ਮੈਂ ਪਿਆਜ਼ ਆ ਨਾ ਉਹ ਲਾਰਜ ਸਾਈਜ਼ ਦੇ ਜਿਹੜੇ ਆ ਨਾ 3 ਪਿਆਜ਼ ਮੈਂ ਇਹਦੇ ਵਿੱਚ ਡਾਲੇ ਸੀ। ਵੈਸੇ ਵੀ ਅੱਜ ਕੱਲ੍ਹ ਜਿਹੜੇ ਨਾ ਲਾਰਜ ਸਾਈਜ਼ ਦੇ ਪਿਆਜ਼ ਆ ਰਹੇ ਆ। ਤੇ ਉਸ ਤੋਂ ਬਾਅਦ ਜਿਹੜੇ ਮੈਂ ਖੜੇ ਮਸਾਲੇ ਆ ਤੇ ਉਹ ਇਹਦੇ ਅੰਦਰ ਐਡ ਕਰ ਦੂੰਗੀ।
ਕਾਲੀਆਂ ਮਿਰਚਾਂ ਸੀ, ਇਹਦੇ ਵਿੱਚ ਜ਼ੀਰਾ ਸੀਗਾ ਤੇ ਦੂਸਰੀ ਚੀਜ਼ਾਂ ਸੀ। ਉਸ ਤੋਂ ਬਾਅਦ ਮੈਂ ਇਹਦੇ ਵਿੱਚ ਡਾਲੂੰਗੀ ਜਿੰਜਰ ਗਾਰਲਿਕ ਦਾ ਪੇਸਟ। ਇਹ ਤਕਰੀਬਨ ਇੱਕ ਖਾਣੇ ਦਾ ਚਮਚ ਜਿਹੜਾ ਨਾ ਜਿੰਜਰ ਗਾਰਲਿਕ ਦਾ ਪੇਸਟ ਆ, ਤੇ ਮੈਂ ਉਹ ਇਹਦੇ ਵਿੱਚ ਡਾਲ ਦੇਣਾ ਆ। ਇਹਨੂੰ ਸ਼ਾਮਲ ਕਰਨ ਤੋਂ ਬਾਅਦ ਅਸੀਂ ਥੋੜ੍ਹਾ ਜਿਹਾ ਇਹਨੂੰ ਫਰਾਈ ਕਰਾਂਗੇ ਤੇ ਫਿਰ ਇਹਦੇ ਵਿੱਚ ਮਿਰਚਾਂ ਡਾਲਣੀਆਂ ਆ। ਇਹ ਜਿਹੜੀਆਂ ਨਾ 8 ਤੋਂ 9 ਅਦਦ ਜਿਹੜੀਆਂ ਮਿਰਚਾਂ ਸੀ, ਤੇ ਇਹਨਾਂ ਨੂੰ ਕਿਉਂਕਿ ਅਸੀਂ ਬਿਰਿਆਨੀ ਤਿਆਰ ਕਰ ਰਹੇ ਹਾਂ ਤੇ ਥੋੜ੍ਹਾ ਮਸਾਲਾ ਜ਼ਰਾ ਤੇਜ਼ ਰੱਖਾਂਗੇ, ਤੇ ਇਸ ਦੀ ਜਿਹੜੀਆਂ ਨਾ ਮਿਰਚਾਂ ਮੈਂ ਜ਼ਰਾ ਜ਼ਿਆਦਾ ਡਾਲੀਆਂ ਸੀ। ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਸ਼ਾਮਲ ਕਰਾਂਗੇ ਟਮਾਟਰ। ਤੇ ਟਮਾਟਰ ਜਿਹੜੇ ਸੀ ਨਾ ਹਾਫ kg ਟਮਾਟਰ ਸੀ, ਤੇ ਇਹਨਾਂ ਦਾ ਮੈਂ ਛਿਲਕਾ ਉਤਾਰ ਲਿਆ ਸੀ। ਉਤਾਰ ਕੇ ਤੇ ਫਿਰ ਮੈਂ ਕੱਟ ਕੇ ਜਿਹੜੇ ਵਿੱਚ ਸ਼ਾਮਲ ਕੀਤੇ। ਉਸ ਤੋਂ ਬਾਅਦ ਲਾਲ ਮਿਰਚ ਪਾਊਡਰ ਤੇ ਹਲਦੀ ਪਾਊਡਰ ਤੇ ਨਮਕ ਜਿਹੜਾ ਉਹ ਤੇ ਚੈੱਕ ਕਰਕੇ ਹਸਬੇ ਜ਼ਾਇਕਾ ਹੀ ਡਾਲਣਾ ਆ। ਤੇ ਬਿਰਿਆਨੀ ਮਸਾਲਾ, ਗਰਮ ਮਸਾਲਾ, ਇਹ ਸਾਰੇ ਜਿਹੜੇ ਆ ਨਾ ਬਿਰਿਆਨੀ ਮਸਾਲਾ ਜਿਹੜਾ ਉਹ ਵੀ 2 ਖਾਣੇ ਦੇ ਚਮਚ ਸੀਗਾ। ਨਮਕ ਵੀ 2 ਖਾਣੇ ਦਾ ਚਮਚ ਸੀਗੇ, ਤੇ ਦੂਸਰੀਆਂ ਲਾਲ ਮਿਰਚਾਂ ਤੇ ਹਲਦੀ ਜਿਹੜਾ ਸੀ ਉਹ 1 ਖਾਣੇ ਦੇ ਚਮਚ ਸੀ। ਉਸ ਤੋਂ ਬਾਅਦ ਜਿਹੜਾ ਨਾ ਮੈਂ ਇਹਦੇ ਵਿੱਚ ਇਮਲੀ ਸ਼ਾਮਲ ਕਰੂੰਗੀ। ਇਮਲੀ ਵੀ ਜਿਹੜੀ ਹਸਬੇ ਜ਼ਾਇਕਾ ਤੁਸੀਂ ਸ਼ਾਮਲ ਕਰ ਲੈਣਾ। ਹਲਕਾ ਜਿਹਾ ਪਾਣੀ ਪਾ ਕੇ ਤੇ ਇਹਨੂੰ ਅਸੀਂ ਨਾ ਅੱਛੀ ਤਰ੍ਹਾਂ ਬਰਾਊਨ ਕਰ ਲਾਂਗੇ ਮਸਾਲੇ ਨੂੰ। ਉਸ ਤੋਂ ਬਾਅਦ ਜਿਹੜੇ ਆਲੂ ਮੈਂ ਕੱਟ ਕੇ ਰੱਖੇ ਸੀ ਤੇ ਉਹ ਮੈਂ ਇਹਦੇ ਵਿੱਚ ਸ਼ਾਮਲ ਕਰੂੰਗੀ, ਔਰ ਮਸਾਲੇ ਦੇ ਵਿੱਚ ਤੇ ਆਲੂਆਂ ਨੂੰ ਭੁੰਨ ਕੇ ਤੇ ਜਿਹੜਾ ਨਾ ਅਸੀਂ ਉਸ ਤੋਂ ਬਾਅਦ ਇਹਦੇ ਵਿੱਚ ਦਹੀਂ ਡਾਲ ਦਾਂਗੇ। ਇਹ ਤਕਰੀਬਨ ਜਿਹੜਾ ਨਾ ਦਹੀਂ 1 ਕੱਪ ਤੋਂ 2 ਕੱਪ, 1 ਕੱਪ ਤੋਂ ਥੋੜ੍ਹਾ ਜ਼ਿਆਦਾ ਹੀ ਦਹੀਂ ਡਾਲਿਆ ਸੀ ਮੈਂ। ਤੇ ਡਾਲ ਕੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਦਹੀਂ ਜੇ ਆਪਣਾ ਜਿਹੜਾ ਪਾਣੀ ਛੋੜਿਆ ਸੀ ਉਹਦੇ ਵਿੱਚ ਜਿਹੜੇ ਆਲੂ ਆ ਉਹ ਵੀ ਗਲ ਗਏ ਆ, ਤੇ ਮਸਾਲਾ ਸਾਡਾ ਤਿਆਰ ਹੋ ਗਿਆ ਆ। ਤੇ ਹੁਣ ਇਹਦੇ ਵਿੱਚ ਮੈਂ ਡਾਲ ਦੂੰਗੀ ਕੋਫਤੇ, ਤੇ ਜਿਹੜੇ ਕੋਫਤੇ ਮੈਂ ਫਰਾਈ ਕਰਕੇ ਰੱਖੇ ਸੀਗੇ ਤੇ ਮਸਾਲੇ ਵਿੱਚ ਡਾਲ ਕੇ ਤੇ ਇਸ ਦੇ ਉੱਪਰ ਫਿਰ ਮੈਂ ਡਾਲੂੰਗੀ ਜਿਹੜਾ ਆ ਉਹ ਹਰਾ ਧਨੀਆ। ਹੁਣ ਆ ਇੱਕ ਇਹਦਾ ਸਾਲਨ ਬਿਰਿਆਨੀ ਦਾ ਜਿਹੜਾ ਨਾ ਉਹ ਬਿਲਕੁਲ ਤਿਆਰ ਹੋ ਗਿਆ ਆ। ਤੇ ਇਸ ਤੋਂ ਬਾਅਦ ਜਿਹੜਾ ਆ ਨਾ ਹੁਣ ਮੈਂ ਚਾਵਲ ਬੋਇਲ ਕਰੂੰਗੀ ਬਿਰਿਆਨੀ ਲਈ। ਤੇ ਜਿਹੜਾ ਇੱਕ ਤੁਸੀਂ ਇਹਦੇ ਲਈ ਜਿਹੜੇ ਮੈਂ ਚਾਵਲ ਲਏ ਸੀ ਉਹ 1.5 ਕਿਲੋ ਚਾਵਲ ਸੀਗੇ, ਤੇ ਉਹਨਾਂ ਨੂੰ ਸਾਫ਼ ਕਰਕੇ ਤੇ ਮੈਂ ਭੇਂ ਲਿਆ ਸੀਗਾ। ਭੇਣ ਤੋਂ ਬਾਅਦ ਇੱਕ ਵੱਡਾ ਪਤੀਲਾ ਲੈ ਕੇ ਤੇ ਉਹਦੇ ਵਿੱਚ ਪਾਣੀ ਡਾਲ ਕੇ ਤੇ ਜ਼ੀਰਾ ਤੇ ਨਮਕ ਡਾਲ ਕੇ ਤੇ ਮੈਂ ਚਾਵਲ ਐਡ ਕਰ ਦਾਂਗੀ। ਇਹ ਤਕਰੀਬਨ 1.5 ਕਿਲੋ ਜਿਹੜੇ ਸੀ ਨਾ ਉਹ ਚਾਵਲ ਸੀਗੇ, ਤੇ 1 ਕਿਲੋ ਗੋਸ਼ਤ ਦੇ ਜਿਹੜੇ ਕੋਫਤੇ ਸੀ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਚਾਵਲ ਗਲ ਗਏ ਸੀਗੇ, ਤੇ ਮੈਂ ਹੁਣ ਇਹਦੇ ਵਿੱਚ 2 ਖਾਣੇ ਦੇ ਚਮਚ ਜਿਹੜਾ ਹੈ ਨਾ ਉਹ ਆਇਲ ਸ਼ਾਮਲ ਕਰਕੇ ਤੇ ਮੈਂ ਇਹਨੂੰ ਚੈੱਕ ਕਰਕੇ ਚਾਵਲਾਂ ਨੂੰ ਤੇ ਉਤਾਰ ਲਵਾਂਗੀ ਅੱਗ ਤੋਂ। ਤੁਸੀਂ ਦੇਖ ਲੈਣਾ ਚਾਵਲਾਂ ਨੂੰ ਤੋੜ ਕੇ, ਤੇ ਅਗਰ ਇਹਦੇ ਵਿੱਚ 2 ਕਣੀਆਂ ਰਹਿ ਜਾਂਦੀਆਂ ਹੋਣ ਤੇ ਫਿਰ ਤੁਸੀਂ ਇਹਨੂੰ ਨਾ ਉਤਾਰ ਲੈਣਾ ਇਹਨੂੰ, ਕਿਉਂਕਿ ਜ਼ਿਆਦਾ ਨਹੀਂ ਗਲਾਣਾ, ਅਸੀਂ ਦਮ ਦੇ ਵਿੱਚ ਟੁੱਟ ਜਾਣਗੇ ਨਹੀਂ ਤੇ। ਆਹ ਦੇਖੋ ਇਸ ਤਰ੍ਹਾਂ ਪਾਣੀ ਇਹਦਾ ਡਰੇਨ ਕਰ ਲੈਣਾ ਜਾਂ ਕਰਕੇ, ਤੇ ਜਿਹੜੇ ਚਾਵਲ ਦੇਖੋ ਕਿੰਨੇ ਅੱਛੇ ਲੱਗ ਰਹੇ ਆ ਤੇ ਔਰ ਗਲ ਗਿਆ। ਦੇਖੋ ਇਹਦੇ ਵਿੱਚ 2 ਤੋਂ 3 ਕਣੀਆਂ ਬਣਨ ਦਈਆਂ ਇਹਦੀਆਂ। ਤੇ ਉਸ ਤੋਂ ਬਾਅਦ ਜਿਹੜਾ ਹੈ ਨਾ ਮੈਂ ਆਇਲ ਡਾਲੂੰਗੀ ਪਤੀਲੇ ਦੇ ਵਿੱਚ ਨੀਚੇ, ਜਾਂ ਤੁਸੀਂ ਘੀ ਡਾਲ ਲਵੋ ਜਾਂ ਆਇਲ। ਤੇ ਮੈਂ ਇੱਥੇ ਘੀ ਦਾ ਯੂਜ਼ ਕੀਤਾ ਸੀ। ਘੀ ਡਾਲ ਕੇ ਤੇ ਉਹਦੇ ਉੱਪਰ ਜਿਹੜਾ ਮਸਾਲਾ ਡਾਲ ਦਾਂਗੇ ਅਸੀਂ, ਡਾਲ ਕੇ ਤੇ ਇਹਨੂੰ ਉਹਦੇ ਉੱਪਰ ਫਿਰ ਮੈਂ ਇਹਦੇ ਜਿਹੜੇ ਆ ਚਾਵਲ ਤੇ ਉਹ ਡਾਲੂੰਗੀ। ਹੁਣ ਅਸੀਂ ਇੱਦਾਂ ਬਿਰਿਆਨੀ ਤਰ੍ਹਾਂ ਇਹਦੀਆਂ ਸਾਰੀਆਂ ਆਮ ਜਿੱਦਾਂ ਬਿਰਿਆਨੀ ਬਣਾਈ ਦੀ ਆ ਵੈਸੇ ਹੀ ਅਸੀਂ ਇਹਦੀਆਂ ਤਹਿਵਾਂ ਲਗਾਉਣੀਆਂ ਆ। ਤੇ ਸਾਲਨ ਇਹਦੇ ਉੱਪਰ ਡਾਲ ਕੇ ਤੇ ਉਸ ਤੋਂ ਬਾਅਦ ਚਾਵਲ ਡਾਲ ਕੇ ਤੇ ਚਾਵਲਾਂ ਤੋਂ ਉੱਪਰ ਫਿਰ ਇਹਦੇ ਉੱਪਰ ਅਸੀਂ ਡਾਲਾਂਗੇ ਜਿਹੜਾ ਮਸਾਲਾ ਸੀਗਾ ਉਹ। ਇਸ ਤਰ੍ਹਾਂ ਤੁਸੀਂ ਮਸਾਲਾ ਡਾਲ ਕੇ ਤੇ ਫਿਰ ਇਹਦੇ ਉੱਪਰ ਚਾਵਲਾਂ ਦੀ ਤਹਿ ਲਗਾ ਦੇਣੀ ਆ। ਔਰ ਜਿਹੜਾ ਨਾ ਐਂਡ ਤੇ ਅਸੀਂ ਫਿਰ ਜਿਹੜਾ ਮਸਾਲਾ ਰਹਿ ਗਿਆ ਸੀ ਸਾਲਨ, ਤੇ ਉਹ ਅਸੀਂ ਸਾਰਾ ਸਾਲਨ ਇਹਦੇ ਉੱਪਰ ਡਾਲ ਦਾਂਗੇ। ਤੁਸੀਂ ਇਹਨੂੰ ਘਰ ਜ਼ਰੂਰ ਟਰਾਈ ਕਰਿਓ ਤੇ ਮੈਨੂੰ ਫੀਡਬੈਕ ਦਿਓ ਕਿ ਕਿੱਦਾਂ ਦਾ ਬਣਿਆ। ਕਮੈਂਟ ਬਾਕਸ ਦੇ ਵਿੱਚ ਮੇਰੇ ਕਮੈਂਟ ਕਰਕੇ ਮੈਨੂੰ ਦੱਸਿਓ ਕਿ ਤੁਹਾਡੇ ਕੋਲ ਕਿਸ ਤਰ੍ਹਾਂ ਦੀ ਬਣੀ। ਤੇ ਇਹ ਬਹੁਤ ਹੀ ਆਸਾਨੀ ਨਾਲ ਬਣ ਜਾਂਦੀ, ਜਿਸ ਤਰ੍ਹਾਂ ਅਸੀਂ ਕੋਫਤੇ ਤਿਆਰ ਕਰੀਦੇ ਆ ਸਾਲਨ ਸੇਮ ਉਸੇ ਤਰ੍ਹਾਂ ਕੋਫਤੇ ਤਿਆਰ ਕਰਕੇ ਤੇ ਜਿਹੜਾ ਨਾ ਮਸਾਲਾ ਜ਼ਰਾ ਬਿਰਿਆਨੀ ਦੇ ਹਿਸਾਬ ਨਾਲ ਥੋੜ੍ਹਾ ਤੇਜ਼ ਕਰਨਾ ਆ ਤੇ ਕਰਕੇ ਤੇ ਅਸੀਂ ਇਹਦੇ ਚਾਵਲ ਬਣਾ ਲਾਂਗੇ।
ਤੇ ਹੁਣ ਐਂਡ ਦੇ ਉੱਤੇ ਮੈਂ ਫਿਰ ਚਾਵਲ ਡਾਲ ਕੇ ਤੇ ਜਿਹੜਾ ਹੈ ਨਾ ਉੱਪਰ ਮੈਂ ਫੂਡ ਕਲਰ ਡਾਲ ਦਊਂਗੀ ਔਰੇਂਜ ਰੰਗ ਦਾ। ਤੇ ਅਗਰ ਤੁਸੀਂ ਵੈਸੇ ਹੀ ਡਾਲਣਾ ਆ ਤੇ ਚੁਟਕੀ ਦੇ ਨਾਲ ਡਾਲ ਕੇ ਉੱਪਰ ਤੇ ਫੇਰ ਪਾਣੀ ਡਾਲ ਦਿਓ। ਦੇਖੋ ਜ਼ਰਾ ਮੈਂ ਦਮ ਤੇ ਲਗਾ ਦਿੱਤੇ ਸੀਗੇ ਤੇ ਦਮ ਤੋਂ ਖੋਲੇ ਆ ਤੇ ਕਿੰਨੇ ਅੱਛੇ ਜਿਹੜੇ ਆ ਨਾ ਉਹ ਚਾਵਲ ਤਿਆਰ ਹੋ ਗਏ ਆ। ਨਾ ਹੀ ਕੋਈ ਕੋਫਤਾ ਟੁੱਟਿਆ ਆ ਤੇ ਨਾ ਹੀ ਜਿਹੜੇ ਆ ਨਾ ਚਾਵਲ ਸਾਡੇ ਟੁੱਟੇ। ਕਿੰਨੇ ਅੱਛੇ ਖਿਲੇ ਖਿਲੇ ਚਾਵਲ ਆ, ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਅੱਛੇ ਚਾਵਲ ਬਣੇ ਆ। ਤੇ ਤੁਸੀਂ ਘਰ ਇਹਨੂੰ ਜ਼ਰੂਰ ਟਰਾਈ ਕਰਿਓ ਤੇ ਮੈਨੂੰ ਫੀਡਬੈਕ ਦਿਓ ਕਿ ਤੁਹਾਡੇ ਕੋਲ ਕਿੰਜ ਦੇ ਬਣੇ ਸੀਗੇ। ਆਪਣੇ ਬੱਚਿਆਂ ਨੂੰ ਤੇ ਆਪਣੀ ਫੈਮਿਲੀ ਨੂੰ ਬਣਾ ਕੇ ਖਿਲਾਇਓ। ਤੇ ਨਾਲ ਮੈਂ ਇਹਦੇ ਦਹੀਂ ਦਾ ਰਾਇਤਾ ਬਣਾਇਆ ਸੀਗਾ। ਖਾਓ ਪੀਓ ਤੇ ਮੈਨੂੰ ਦੁਆਵਾਂ ਦੇ ਵਿੱਚ ਯਾਦ ਰੱਖਿਓ। ਅੱਲਾ ਹਾਫਿਜ਼।